ਤਾਂ ਕੈਬਨਿਟ ਦੀ ਮੀਟਿੰਗ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ, ਖਾਸ ਤੌਰ ਤੇ ਬਿਜਲੀ ਉਪਭੋਗਤਾਵਾਂ ਦੀਆਂ, ਖਾਸ ਤੌਰ ਤੇ ਉਹਨਾਂ ਲੋਕਾਂ ਦੀਆਂ ਜੋ ਬਿਜਲੀ ਦੇ ਵਾਧੇ ਬਿੱਲ ਨੂੰ ਲੈ ਕੇ ਵੀ ਪਰੇਸ਼ਾਨ ਨੇ ਤੇ ਉਮੀਦ ਕਰ ਰਹੇ ਨੇ ਕਿ ਜ਼ਰੂਰ ਉਹਨਾਂ ਦੇ ਲਈ ਕੋਈ ਚੰਗੀ ਖਬਰ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਵੇ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਨਪਿੰਦਰ ਸਿੰਘ ਬਰਾੜ, ਬਿਊਰੋ ਚੀਫ ਨਿਊਜ਼ 18 ਪੰਜਾਬ ਦੇ। ਨਪਿੰਦਰ, ਪਹਿਲਾ ਸਵਾਲ, ਮੀਟਿੰਗ ਦੇ ਏਜੰਡੇ ਕੀ ਨੇ? ਕਿਉਂਕਿ ਜ਼ਿਕਰ ਬਿਜਲੀ ਦਾ ਹੋ ਰਿਹਾ ਹੈ ਕਿ ਮੁੱਖ ਏਜੰਡਿਆਂ ਦੇ ਵਿੱਚੋਂ ਬਿਜਲੀ ਹੈ ਜਾਂ ਨਹੀਂ? ਏਜੰਡੇ ਤੇ ਮੈਂ ਬਿਲਕੁਲ ਆਉਣਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਖਬਰ ਦੇ ਦਿਆਂ ਕਿ ਪਿਛਲੀ ਕੈਬਨਿਟ ਮੀਟਿੰਗ ਦੇ ਵਿੱਚੋਂ ਗੈਰ ਹਾਜ਼ਰ ਨਜ਼ਰ ਆਏ ਸੀ ਜਿਹੜੇ ਕੈਬਨਿਟ ਮੰਤਰੀ ਔਰ ਜਿਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਹੋਇਆ ਸੀ, ਰਜੀਆ ਸੁਲਤਾਨਾ, ਉਹ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਹਾਜ਼ਰ ਨੇ। ਤਸਵੀਰ ਸਾਹਮਣੇ ਆਈ ਹੈ। ਤਸਵੀਰਾਂ ਥੋੜੀ ਦੇਰ ਤੱਕ ਨਿਊਜ਼ 18 ਤੇ ਸਾਰਿਆਂ ਨੂੰ, ਦਰਸ਼ਕਾਂ ਨੂੰ ਬੜਾ ਕਲੀਅਰ ਦਿਖਾ ਪਾਵਾਂਗੇ ਕਿਉਂਕਿ ਭੇਜੀਆਂ ਜਾ ਚੁੱਕੀਆਂ ਨੇ। ਤਾਂ ਰਜੀਆ ਸੁਲਤਾਨਾ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ, ਹਿੱਸਾ ਬਣ ਗਏ ਨੇ। ਉਹਨਾਂ ਦਾ ਅਸਤੀਫਾ ਨਾਮਨਜ਼ੂਰ ਹੋ ਗਿਆ। ਸਪਸ਼ਟ ਤੌਰ ਤੇ ਰਜੀਆ ਸੁਲਤਾਨਾ ਦਾ ਅਸਤੀਫਾ ਨਾਮਨਜ਼ੂਰ ਹੋ ਗਿਆ। ਜਿਹੜਾ ਪਹਿਲਾਂ ਅਸੀਂ ਦੇਖ ਰਹੇ ਸੀ ਕਿ ਅਸਤੀਫੇ ਨੂੰ ਪੈਂਡਿੰਗ ਚੱਲ ਰਿਹਾ ਸੀ ਔਰ ਜਿਹੜੇ ਇੰਚਾਰਜ ਲਾਇਆ ਗਿਆ ਸੀ ਵੱਖ-ਵੱਖ ਮੰਤਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦਾ, ਤਾਂ ਉਹਦੇ ਵਿੱਚ ਵੀ ਰਜੀਆ ਸੁਲਤਾਨਾ ਦਾ ਨਾਮ ਨਹੀਂ ਸੀ। ਤਾਂ ਹੁਣ ਰਜੀਆ ਸੁਲਤਾਨਾ ਦੀ ਵਾਪਸੀ ਹੋ ਗਈ ਹੈ ਕੈਬਨਿਟ ਦੇ ਵਿੱਚ, ਅਸਤੀਫਾ ਉਹਨਾਂ ਦਾ ਨਾਮਨਜ਼ੂਰ ਹੋ ਗਿਆ ਔਰ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਰਜੀਆ ਸੁਲਤਾਨਾ ਮੌਜੂਦ ਨੇ। ਹੁਣ ਗੱਲ ਕਰਦੇ ਹਾਂ ਗੌਰਵ, ਜਿਹੜੇ ਅੱਜ ਦੇ ਏਜੰਡੇ ਨੇ। ਦੇਖੋ, ਅੱਜ ਦੇ ਏਜੰਡਿਆਂ ਦੇ ਵਿੱਚ ਜਿਹੜੀ ਇੱਕ ਚੀਜ਼ ਸਪਸ਼ਟ ਹੁਣ ਤੱਕ ਹੋ ਪਾਈ ਹੈ ਕਿ ਜਿਹੜੇ ਵਾਟਰ ਵਰਕਸ ਨੇ ਪਿੰਡਾਂ ਦੇ, ਪੰਜਾਬ ਦੇ ਪਿੰਡਾਂ ਦੇ ਵਿੱਚ ਲੰਮੇ ਸਮੇਂ ਤੋਂ ਵਾਟਰ ਵਰਕਸ ਜਿਹੜੇ ਨੇ ਚੱਲ ਰਹੇ ਨੇ, ਉਹਨਾਂ ਦੇ ਬਿੱਲ ਪੈਂਡਿੰਗ ਚੱਲਦਿਆਂ ਕਰਕੇ ਕਈ ਥਾਵਾਂ ਤੋਂ ਬਿਜਲੀ ਦੇ ਕਨੈਕਸ਼ਨ ਕੱਟੇ ਹੋਏ ਨੇ, ਜਿਹਦੇ ਕਰਕੇ ਉੱਥੇ ਮੋਟਰਾਂ ਨਹੀਂ ਚੱਲ ਪਾ ਰਹੀਆਂ ਔਰ ਪਾਣੀ ਦੀ ਸਪਲਾਈ ਪਿੰਡਾਂ ਦੇ ਵਿੱਚ ਨਹੀਂ ਦਿੱਤੀ ਜਾ ਪਾ ਰਹੀ। ਇਹ ਇੱਕ ਵੱਡਾ ਇਸ਼ੂ ਹੈ। ਇਹਨਾਂ ਬਿੱਲਾਂ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਹੋਈਆਂ, ਕਈ ਵਾਰ ਚਰਚਾ ਹੋਈਆਂ, ਪੰਚਾਇਤਾਂ ਆਪਣੇ ਪੱਧਰ ਤੇ ਕੋਸ਼ਿਸ਼ ਕਰਦੀਆਂ, ਸਰਕਾਰ ਕਈ ਵਾਰ ਦਾਅਵਾ ਕਰ ਚੁੱਕੀ ਹੈ, ਪਰ ਇਹ ਮਸਲਾ ਜਿਹੜਾ ਫਸਿਆ ਹੋਇਆ ਸੀ। ਇਸ ਤੇ ਅੱਜ ਜਿਹੜਾ ਹੈਗਾ ਏਜੰਡੇ ਦੇ ਵਿੱਚ ਇੱਕ ਪ੍ਰਪੋਜ਼ਲ ਹੈ ਕਿ ਇਹ ਜਿਹੜੇ ਪੈਂਡਿੰਗ ਬਿੱਲ ਨੇ ਵਾਟਰ ਵਰਕਸ ਦੇ, ਉਹਨਾਂ ਨੂੰ ਮਾਫ ਕੀਤਾ ਜਾ ਸਕਦਾ। ਇਹ ਏਜੰਡਾ ਜਿਹੜਾ ਹੈਗਾ ਸਪਸ਼ਟ ਤੌਰ ਤੇ ਸਾਹਮਣੇ ਆਇਆ ਹੈ ਕਿ ਉਸ ਬਿੱਲ ਨੂੰ ਮਾਫ ਕੀਤਾ ਜਾ ਸਕਦਾ। ਦੂਜਾ ਜਿਹੜਾ ਅਸੀਂ ਯੂਪੀ ਦੇ ਮਸਲੇ ਤੇ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ, ਯੂਪੀ ਦਾ ਜਿਹੜਾ ਮਸਲਾ ਹੈ, ਜਿਹੜੇ ਕਿਸਾਨਾਂ ਦੀ ਉੱਥੇ ਜਾਣ ਗਈ, ਉਹਨਾਂ ਦੇ ਲਈ ਅਨਾਉਂਸਮੈਂਟ ਕਰਕੇ ਆਏ ਨੇ ਮੁੱਖ ਮੰਤਰੀ ਪੰਜਾਬ, 50 ਲੱਖ ਰੁਪਏ ਦੀ ਮਦਦ ਔਰ ਨਾਲ ਹੀ ਇੱਕ ਪੱਤਰਕਾਰ ਦੀ ਜਿਹਦੀ ਜਾਣ ਗਈ ਸੀ ਉਹਨਾਂ ਦੇ ਲਈ। ਤਾਂ ਉਹ ਮਦਦ ਜਿਹੜੀ ਹੈ ਉਸ ਨੂੰ ਇੰਪਲੀਮੈਂਟ ਕੀਤਾ ਜਾ ਸਕੇ, ਉਹਨਾਂ ਦੇ ਲਈ ਰਾਸ਼ੀ ਜਾਰੀ ਕੀਤੀ ਜਾ ਸਕੇ, ਉਸ ਦਾ ਮੁੱਦਾ ਵੀ ਜਿਹੜਾ ਅੱਜ ਦੀ ਕੈਬਨਿਟ ਵਿੱਚ ਲਿਆਂਦਾ ਜਾ ਸਕਦਾ, ਉਹ ਪ੍ਰਸਤਾਵ ਵੀ ਪਾਸ ਹੋ ਸਕਦਾ। ਇਸ ਤੋਂ ਇਲਾਵਾ ਬਿਜਲੀ ਦੇ ਜਿਹੜੇ ਹਾਲਾਤ ਨੇ, ਬਿਜਲੀ ਸੰਕਟ ਜਿਹੜਾ ਮੰਡਰਾ ਰਿਹਾ, ਉਸ ਨੂੰ ਲੈ ਕੇ ਚਰਚਾ ਜਿਹੜੀ ਹੈ ਸੰਭਵ ਹੈ ਕਿ ਅੱਜ ਦੀ ਕੈਬਨਿਟ ਵਿੱਚ ਕੀਤੀ ਜਾਵੇਗੀ। ਔਰ ਜਿਹੜਾ ਯੂਨਿਟ ਮਾਫ ਦੀ ਗੱਲ ਹੋ ਰਹੀ ਆ, ਉਸ ਨੂੰ ਲੈ ਕੇ ਵੀ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਬਿਲਕੁਲ ਅੰਦਰ ਅੱਜ ਚਰਚਾ ਹੋ ਸਕਦੀ ਹੈ, ਪਰ ਉਹ ਚਰਚਾ ਕਿਸ ਹੱਦ ਤੱਕ ਉਸ ਨੂੰ ਅਮਲੀ ਜਾਮਾ, ਕਿਉਂਕਿ ਦੇਖੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2 ਵਜੇ ਦੀ ਪ੍ਰੈਸ ਕਾਨਫਰੰਸ ਰੱਖੀ ਹੈ ਔਰ ਜਦੋਂ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਜ਼ਾਹਰ ਤੌਰ ਤੇ ਇੱਕ ਸੰਕੇਤ ਹੁੰਦਾ ਹੈ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਤਾਂ ਹੁਣ ਅਜਿਹੇ ਦੇ ਵਿੱਚ ਇੰਤਜ਼ਾਰ ਰਹੇਗਾ, ਕਿਉਂਕਿ ਤੁਹਾਨੂੰ ਯਾਦ ਹੋਣਾ ਪਿਛਲੀ ਤੋਂ ਪਿਛਲੀ ਕੈਬਨਿਟ ਮੀਟਿੰਗ ਜਦੋਂ ਹੋਈ ਸੀ, ਉਦੋਂ ਵੀ ਉਹਨਾਂ ਨੇ ਜਿਹੜੇ ਹੈਗੇ ਪ੍ਰੈਸ ਕਾਨਫਰੰਸ ਰੱਖੀ ਸੀ ਔਰ ਬਾਹਰ ਆ ਕੇ ਐਲਾਨ ਕੀਤਾ ਸੀ ਕਿ ਜਿਹੜੇ ਬਕਾਏ ਨੇ 2 ਕਿਲੋਵਾਟ ਤੱਕ ਲੋਕਾਂ ਦੇ ਮੀਟਰ ਕੱਟੇ ਹੋਏ ਨੇ ਕਨੈਕਸ਼ਨ, ਉਹਨਾਂ ਨੂੰ ਸਾਰਾ ਬਕਾਇਆ ਮਾਫ, ਜਿਹੜਾ ਕਨੈਕਸ਼ਨ ਦੁਬਾਰਾ ਮੁਫਤ ਜੋੜਿਆ ਜਾਵੇਗਾ। ਉਹ ਇੱਕ ਵੱਡਾ ਐਲਾਨ ਸੀ। ਤਾਂ ਉਸੇ ਤਰ੍ਹਾਂ ਅੱਜ ਵੀ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਯਾਨੀ ਮੀਡੀਆ ਦੇ ਰੂਬਰੂ ਹੋ ਕੇ ਲੋਕਾਂ ਤੱਕ ਆਪਣਾ ਸੁਨੇਹਾ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਕੀ ਵੱਡਾ ਐਲਾਨ ਕਰਨਗੇ ਉਸ ਤੇ ਨਜ਼ਰ ਰਹੇਗੀ, ਪਰ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ, ਇਹ 2-3 ਏਜੰਡੇ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ। ਕੋਸ਼ਿਸ਼ ਕਰਾਂਗੇ ਅੱਗੇ ਵੀ ਜਿਵੇਂ ਮੀਟਿੰਗ ਜਿਹੜੀ ਚੱਲ ਰਹੀ ਹੈ, ਜਿਵੇਂ ਜਾਣਕਾਰੀ ਸਾਡੇ ਕੋਲ ਆਏਗੀ, ਤੁਰੰਤ ਅਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਪਰ ਦੂਜੀ ਚੀਜ਼ ਇੱਕ ਵਾਰੀ ਫਿਰ ਤੋਂ ਦੱਸ ਦਈਏ ਗੌਰਵ ਕਿ ਰਜੀਆ ਸੁਲਤਾਨਾ ਦਾ ਅਸਤੀਫਾ ਨਾਮਨਜ਼ੂਰ ਹੋ ਗਿਆ ਔਰ ਉਹ ਕੈਬਨਿਟ ਦਾ ਹਿੱਸਾ ਫਿਰ ਤੋਂ ਨੇ ਕੈਬਨਿਟ ਮੀਟਿੰਗ ਵਿੱਚ। ਤਸਵੀਰਾਂ ਵੀ ਕੁਝ ਹੀ ਪਲਾਂ ਦੇ ਵਿੱਚ ਨਪਿੰਦਰ ਅਸੀਂ ਆਪਣੇ ਦਰਸ਼ਕਾਂ ਨੂੰ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ, ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ। ਜਦੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਉਸ ਤੇ ਕੁਝ ਘੰਟਿਆਂ ਬਾਅਦ ਰਜੀਆ ਸੁਲਤਾਨਾ ਨੇ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਆ ਕੇ ਰੈਜ਼ਿਗਨੇਸ਼ਨ ਆਪਣਾ ਸੌਂਪ ਦਿੱਤਾ ਸੀ। ਤਾਂ ਖੈਰ ਪਿਛਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਹ ਗੈਰ ਹਾਜ਼ਰ ਸਨ ਤੇ ਸਵਾਲ ਉੱਠ ਰਹੇ ਸੀ ਕਿ ਕੀ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ, ਕਿ ਕੈਬਨਿਟ ਮੰਤਰੀ ਮੌਜੂਦਾ ਸਮੇਂ 'ਚ ਰਜ਼ੀਆ ਸੁਲਤਾਨ ਹੈਗੇ ਨੇ ਜਾਂ ਨਹੀਂ। ਪਰ ਅੱਜ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਰਜ਼ੀਆ ਸੁਲਤਾਨਾ ਦੀ ਹਾਜ਼ਰੀ, ਉਹਨਾਂ ਦਾ ਉੱਥੇ ਪਹੁੰਚਣਾ, ਇਹ ਸਾਫ਼ ਇਸ਼ਾਰਾ ਇੱਕ ਤਰੀਕੇ ਦੇ ਨਾਲ ਹੈ ਕਿ ਉਹਨਾਂ ਦਾ ਰੈਜ਼ਿਗਨੇਸ਼ਨ ਜਿਹੜਾ ਹੈ ਉਹ ਜ਼ਰੂਰ ਜਿਹੜਾ ਨਾਮਨਜ਼ੂਰ ਹੋ ਚੁੱਕਿਆ ਹੈ। ਤੇ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਐਕਸਕਲੂਸਿਵ ਤਸਵੀਰਾਂ। ਕੈਬਨਿਟ ਦੀ ਜਿਹੜੀ ਅੱਜ ਦੀ ਬੈਠਕ ਹੈ ਉਹ ਜਾਰੀ ਹੈ ਇਸ ਸਮੇਂ, ਤੇ ਉਸ ਬੈਠਕ ਦੇ ਵਿੱਚ ਕਿਹੜੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਤਕਰੀਬਨ ਪੂਰੀ ਕੈਬਨਿਟ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਜ਼ਰ ਆ ਰਹੇ ਨੇ, ਉਹਨਾਂ ਦੇ ਸੱਜੇ ਵਾਲੇ ਪਾਸੇ ਦੇਖੀਏ ਸੁਖਜਿੰਦਰ ਸਿੰਘ ਰੰਧਾਵਾ ਨਜ਼ਰ ਆ ਰਹੇ ਨੇ, ਤੇ ਉਸੇ ਲਾਈਨ ਦੇ ਵਿੱਚ ਅੱਗੇ ਜਾ ਕੇ ਰਜ਼ੀਆ ਸੁਲਤਾਨਾ ਵੀ ਉੱਥੇ ਮੌਜੂਦ ਨੇ। ਤਾਂ ਪੂਰੀ ਕੈਬਨਿਟ ਅੱਜ ਬੈਠੀ ਹੋਈ ਹੈ। ਉਮੀਦ ਹੈ ਕਿ ਬਹੁਤ ਸਾਰੇ ਪੰਜਾਬ ਪੱਖੀ ਫੈਸਲੇ ਹੋਣਗੇ। ਸੁਖਜਿੰਦਰ ਰੰਧਾਵਾ, ਉਹਨਾਂ ਤੋਂ ਬਾਅਦ ਬ੍ਰਹਮ ਮਹਿੰਦਰਾ, ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਬੈਠੇ ਹੋਏ ਨੇ। ਰਜ਼ੀਆ ਸੁਲਤਾਨਾ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ। ਭਾਰਤ ਭੂਸ਼ਣ ਆਸ਼ੂ, ਡਾਕਟਰ ਰਾਜਕੁਮਾਰ ਵੇਰਕਾ, ਰਾਣਾ ਗੁਰਜੀਤ, ਸੰਗਤ ਸਿੰਘ ਗਿਲਜੀਆਂ,
ਬਹੁਤ ਸਾਰੇ ਜਿਹੜੇ ਆਗੂ ਨੇ ਕੈਬਨਿਟ ਦੇ ਜਿਹੜੇ ਮੰਤਰੀ ਨੇ ਉੱਥੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਮੈਂ ਇੱਕ ਵਾਰ ਫਿਰ ਤੋਂ ਨੁਪਿੰਦਰ ਦਾ ਰੁਖ ਕਰ ਲੈਣਾ। ਨੁਪਿੰਦਰ, ਐਕਸਕਲੂਸਿਵ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਹੁਣ ਇਹ ਤਸਵੀਰ ਦੇ ਮਾਇਨੇ ਕੀ ਕੱਢੇ ਜਾਣ? ਪਹਿਲੀ ਗੱਲ ਤਾਂ ਜੋ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਰਜ਼ੀਆ ਸੁਲਤਾਨਾ ਦਾ ਅਸਤੀਫਾ ਨਾ ਮਨਜ਼ੂਰ ਹੋ ਗਿਆ, ਉਹ ਤਾਂ ਬਿਲਕੁਲ ਕਲੀਅਰ ਹੋ ਗਈ ਇਹ ਗੱਲ ਜਿਵੇਂ ਉਹ ਅੱਜ ਇੱਥੇ ਪਹੁੰਚ ਗਏ। ਤੇ ਦੂਜਾ, ਕੀ ਨਵਜੋਤ ਸਿੰਘ ਸਿੱਧੂ ਦਾ ਵੀ ਅਸਤੀਫਾ ਇਸ ਤਰੀਕੇ ਨਾਲ ਸਮਝਿਆ ਜਾਵੇ ਕਿ ਇਹ ਸਮਝਿਆ ਜਾਵੇ ਕਿ ਜਿਹੜੀਆਂ ਦੂਰੀਆਂ ਨੇ ਉਹ ਇਹ ਬੈਠਕਾਂ ਦੇ ਜ਼ਰੀਏ ਤੇ ਇਹਨਾਂ ਤਸਵੀਰਾਂ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਹੈ ਕਿ ਘਟੀਆਂ ਨੇ ਜਾਂ ਖਤਮ ਹੋਈਆਂ ਨੇ, ਜਾਂ ਫਿਰ ਖਤਮ ਕਰਨ ਦੀ ਕੋਸ਼ਿਸ਼ ਹੈ? ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਪਹਿਲੂ ਨਜ਼ਰ ਆਉਂਦੇ ਨੇ, ਕਈ ਤਰ੍ਹਾਂ ਦੇ ਦਾਅਪੇਚ ਨਜ਼ਰ ਆਉਂਦੇ ਨੇ। ਉਸੇ ਦਾਅਪੇਚ ਦੇ ਵਿੱਚੋਂ ਇੱਕ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਦੇ ਬੜੇ ਖਸਮ ਖਾਸ ਨੇ ਮੁਹੰਮਦ ਮੁਸਤਫਾ ਸਾਬਕਾ ਡੀਜੀਪੀ ਰਜ਼ੀਆ ਸੁਲਤਾਨਾ ਦੇ ਪਤੀ ਨੇ, ਔਰ ਦੇਖੋ ਉਹਨਾਂ ਦੇ ਖਸਮ ਖਾਸ ਨੇ, ਉਹਨਾਂ ਦੇ ਚੀਫ ਐਡਵਾਈਜ਼ਰ ਨੇ। ਔਰ ਅਜਿਹੇ ਦੇ ਵਿੱਚ ਜਦੋਂ ਉਹਨਾਂ ਦੀ ਧਰਮ ਪਤਨੀ ਅਸਤੀਫਾ ਦਿੰਦੀ ਹੈ ਤਾਂ ਜ਼ਾਹਰ ਤੌਰ ਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਨਜ਼ਦੀਕੀਆਂ ਨੇ ਤਾਂ ਉਹਨਾਂ ਦਾ ਅਸਤੀਫਾ ਪਹਿਲੀਆਂ ਜਿਹੜਾ ਸਾਹਮਣੇ ਆਇਆ ਤਾਂ ਉਹ ਅਸਤੀਫਾ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ ਪਾਲਾ ਮਜ਼ਬੂਤ ਕਰਨ ਦੀ ਇੱਕ ਕੋਸ਼ਿਸ਼ ਕਹਿ ਸਕਦੇ ਹਾਂ ਕਿ ਉਹਨਾਂ ਦਾ ਪਾਲਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇੱਕ ਦਬਾਅ ਜਿਹੜਾ ਹੈਗਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਅਸੀਂ ਖੜੇ ਹੋਏ ਹਾਂ। ਸ਼ਾਇਦ ਉਸ ਵੇਲੇ ਉਹਨਾਂ ਨੂੰ ਆਸ ਉਮੀਦ ਇਹ ਵੀ ਰਹੀ ਹੋਏਗੀ ਕਿ ਪ੍ਰਗਟ ਸਿੰਘ ਵੀ ਅਸਤੀਫਾ ਦੇ ਸਕਦੇ ਨੇ, ਰਾਜਾ ਵੜਿੰਗ ਵੀ ਦੇ ਸਕਦੇ ਨੇ, ਜਾਂ ਹੋਰ 2-4 ਚਿਹਰੇ ਉਹਨਾਂ ਦੇ ਨਾਲ ਅਸਤੀਫਾ ਦੇ ਸਕਦੇ ਨੇ। ਔਰ ਅਗਰ ਮੰਨ ਲਓ 2 ਜਾਂ 3 ਚਿਹਰੇ ਕੈਬਨਿਟ ਦੇ ਵਿੱਚੋਂ ਅਸਤੀਫਾ ਦੇ ਦਿੰਦੇ ਤਾਂ ਇੱਕ ਵੱਡਾ ਝਟਕਾ ਕਹਿ ਸਕਦੇ ਸੀ ਚੰਨੀ ਕੈਬਨਿਟ ਦੇ ਲਈ, ਚੰਨੀ ਸਰਕਾਰ ਦੇ ਲਈ, ਪਰ ਉਹ ਨਹੀਂ ਹੋ ਪਾਇਆ। ਤਾਂ ਥੋੜੇ ਦਿਨ ਦੇਖੋ ਇਸ ਚੀਜ਼ ਨੂੰ ਲੰਘੇ ਔਰ ਉਸ ਤੋਂ ਬਾਅਦ ਰਜ਼ੀਆ ਸੁਲਤਾਨਾ ਬੇਸ਼ੱਕ 1-2 ਕੈਬਨਿਟ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਏ, ਪਰ ਹੁਣ ਜਾ ਕੇ ਉਹ ਹਾਜ਼ਰ ਹੋ ਗਏ ਨੇ। ਤਾਂ ਜ਼ਾਹਰ ਤੌਰ ਤੇ ਕਹਿ ਸਕਦੇ ਕਿ ਰਜ਼ੀਆ ਸੁਲਤਾਨਾ ਨੂੰ ਜਾਂ ਕਹਿ ਸਕਦੇ ਮੁਹੰਮਦ ਮੁਸਤਫਾ ਨੂੰ ਹੁਣ ਦੀ ਰਣਨੀਤੀ ਸ਼ਾਇਦ ਇਹੀ ਲੱਗਦੀ ਹੋਏਗੀ ਕਿ ਹੁਣ ਬਾਹਰ ਬੈਠਣ ਦਾ ਸ਼ਾਇਦ ਕੋਈ ਬਹੁਤਾ ਫਾਇਦਾ ਨਹੀਂ ਹੋਏਗਾ। ਅੰਦਰ ਜਿਹੜੀ ਗੱਲਬਾਤ ਹੋਈ ਹੋਵੇਗੀ ਸਭ ਠੀਕ ਕਰਨ ਦੀ ਕੋਸ਼ਿਸ਼ ਕਹਿ ਸਕਦੇ ਇੱਕ ਵਾਰ ਫਿਰ ਤੋਂ ਕੀਤੀ ਗਈ ਹੈ। ਪਰ ਨਵਜੋਤ ਸਿੰਘ ਸਿੱਧੂ ਦਾ ਮਸਲਾ ਉਹ ਅਲੱਗ ਹੈ। ਉਹਨਾਂ ਦਾ ਅਸਤੀਫਾ ਜਿਹੜਾ ਹੈਗਾ ਉਹ ਕਾਂਗਰਸ ਹਾਈਕਮਾਨ ਨੇ, ਕਾਂਗਰਸ ਜਿਹੜਾ ਪ੍ਰਧਾਨ ਨੇ ਦੇਖਣਾ, ਐਕਸੈਪਟ ਕਰਨਾ ਜਾਂ ਰਿਜੈਕਟ ਕਰਨਾ, ਉਹ ਮਸਲਾ ਸੈਂਟਰ ਤੇ ਹੈ। ਤੇ ਜੇ ਇਹਦੇ ਵਿੱਚ ਹਾਈਕਮਾਨ ਦੇਖੇਗੀ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ ਕੀ ਕਰਨਾ ਹੈ। ਪਰ ਹਾਲ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਰਜ਼ੀਆ ਸੁਲਤਾਨਾ ਵਾਪਸ ਚੰਨੀ ਕੈਬਨਿਟ ਦੇ ਵਿੱਚ ਨਜ਼ਰ ਆ ਗਏ ਨੇ। ਇਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੰਕੇਤ ਹੋਣਗੇ? ਇੱਕ ਤੌਰ ਤੇ ਇੱਕ ਸੰਕੇਤ ਤਾਂ ਸਾਫ਼ ਹੋ ਗਿਆ ਕਿ ਚੰਨੀ ਕੈਬਨਿਟ ਮਜ਼ਬੂਤ ਹੋ ਗਈ ਹੈ। ਸਪਸ਼ਟ ਤੌਰ ਤੇ ਜੇ ਕੋਈ ਹੋਰ ਇਸ ਤਰ੍ਹਾਂ ਦਾ ਸੰਕੇਤ ਹੁਣ ਨਹੀਂ ਆਏਗਾ ਕਿ ਕੋਈ ਹੋਰ ਅਸਤੀਫਾ ਦੇ ਰਿਹਾ, ਕੋਈ ਡਰ ਤਾਂ ਨਹੀਂ ਅਸਤੀਫੇ ਦਾ। ਹਾਲਾਂਕਿ ਉਸ ਦਿਨ ਬੜਾ ਇੱਕੇ ਦਾ ਮਾਹੌਲ ਕਹਿ ਸਕਦੇ ਹਾਂ ਕਿ ਚੰਨੀ ਸਰਕਾਰ ਲਈ ਜਾਂ ਮੁੱਖ ਮੰਤਰੀ ਚੰਨੀ ਦੇ ਲਈ ਚੁਣੌਤੀ ਵਾਲਾ ਮਾਹੌਲ ਸ਼ਾਇਦ ਉਸ ਦਿਨ ਪੈਦਾ ਹੋ ਗਿਆ ਸੀ, ਕਿਉਂਕਿ ਪ੍ਰਗਟ ਸਿੰਘ ਨੂੰ ਲੈ ਕੇ ਵੀ ਸੰਭਾਵਨਾਵਾਂ ਸੀ। ਪਰ ਪ੍ਰਗਟ ਸਿੰਘ ਨੇ ਬੜੀ ਸੂਝ-ਬੂਝ ਨਾਲ ਕੰਮ ਲਿਆ, ਉਹਨਾਂ ਨੇ ਕਿਸੇ ਕਿਸਮ ਦਾ ਅਜਿਹਾ ਕਦਮ ਨਹੀਂ ਚੁੱਕਿਆ, ਨਾ ਉਹਨਾਂ ਨੇ ਅਸਤੀਫੇ ਵਾਲੀ ਗੱਲ ਕੀਤੀ। ਹਾਂ, ਸਮਝਾਉਣ ਦੇ ਲਈ ਜ਼ਰੂਰ ਨਵਜੋਤ ਸਿੰਘ ਸਿੱਧੂ ਨੂੰ ਗਏ। ਤਾਂ ਜੇ ਇਹਦੇ ਵਿੱਚ ਕਹਿ ਸਕਦੇ ਕਿ ਰਜ਼ੀਆ ਸੁਲਤਾਨਾ ਦੀ ਵਾਪਸੀ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਦੇ ਅੰਦਰ, ਚੰਨੀ ਸਰਕਾਰ ਦੇ ਅੰਦਰ ਸਭ ਅੱਛਾ ਦਿਖਾਉਣ ਦੀ ਕੋਸ਼ਿਸ਼ ਕਹਿ ਸਕਦੇ ਹਾਂ। ਪਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੀ ਫੈਸਲਾ ਹੋਏਗਾ ਉਹ ਸਮਾਂ ਦੱਸੇਗਾ। ਗੌਰਵ, ਬਿਲਕੁਲ, ਤਾਂ ਤੁਸੀਂ ਨਜ਼ਰ ਬਣਾਏ ਰੱਖੋ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਅੱਜ ਕੀ ਕੁਝ ਹੁੰਦਾ ਹੈ, ਕਿਉਂਕਿ ਕੁਝ ਤਸਵੀਰਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ। ਜਿੱਥੇ ਰਜ਼ੀਆ ਸੁਲਤਾਨਾ ਪਹੁੰਚੇ ਹੋਏ ਨੇ ਉਹ ਲਾਜ਼ਮੀ ਤੌਰ ਦੇ ਉੱਤੇ ਸਭ ਦੀ ਨਜ਼ਰ ਉਸ ਦੇ ਉੱਤੇ ਹੈ। ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬੈਠੇ ਨੇ, ਉਹਨਾਂ ਦੇ ਨਾਲ ਜਿਹੜੇ ਹੋਰ ਕੈਬਨਿਟ ਦੇ ਮਿਨਿਸਟਰ ਬੈਠੇ ਹੋਏ ਨੇ, ਪਰ ਸਭ ਤੋਂ ਵੱਧ ਨਜ਼ਰ ਰਜ਼ੀਆ ਸੁਲਤਾਨਾ ਦੀ ਉੱਤੇ ਹੀ ਹੈ। ਤਾਂ ਜੋ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਸੱਜੇ ਪਾਸੇ ਤੋਂ ਨਜ਼ਰ ਆ ਰਹੇ ਹੋਣਗੇ ਸੁਖਜਿੰਦਰ ਰੰਧਾਵਾ, ਆਉਣ ਤੋਂ ਬਾਅਦ ਬ੍ਰਹਮ ਮਹਿੰਦਰਾ, ਫਿਰ ਤ੍ਰਿਪਤ ਬਾਜਵਾ, ਸੁਖ ਸਰਕਾਰੀਆ ਬੈਠੇ ਨੇ, ਫਿਰ ਉਸ ਤੋਂ ਬਾਅਦ ਰਜ਼ੀਆ ਸੁਲਤਾਨਾ ਬੈਠੇ ਹੋਏ ਨੇ। ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਆਪਣਾ ਰੈਜ਼ਿਗਨੇਸ਼ਨ ਦੇ ਦਿੱਤਾ ਸੀ, ਪਰ ਇਸ ਸਭ ਦੇ ਵਿਚਾਲੇ ਹੁਣ ਉਹਨਾਂ ਦੀ ਵਾਪਸੀ ਇੱਕ ਵਾਰ ਫਿਰ ਤੋਂ ਕੈਬਨਿਟ ਦੇ ਵਿੱਚ ਹੋਈ ਹੈ। ਨਵਿੰਦਰ, ਨਜ਼ਰ ਬਣਾ ਕੇ ਰੱਖਣਾ ਕੈਬਨਿਟ ਦੇ ਵਿੱਚ ਜੋ ਕੁਝ ਫੈਸਲੇ ਹੁੰਦੇ ਨੇ, ਚਰਚਾ ਹੁੰਦੀ ਹੈ, ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਕੋਸ਼ਿਸ਼ ਰਹੇਗੀ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਈਏ।